ਪ੍ਰੋਫੈਸਰ ਸਾਹਿਬ ਅਡਾਨੀ ਪਹਿਲਾਂ ਤਾਂ ਹਿੰਡਨਬਰਗ ਉਹਦੇ ਨਿਸ਼ਾਨੇ ਤੇ ਰਿਹਾ। ਅਡਾਨੀ ਨੂੰ ਮਾਰ ਵੀ ਬਹੁਤ ਝੇਲਣੀ ਪਈ ਤੇ ਉਸ ਤੋਂ ਬਾਅਦ ਅਡਾਨੀ ਹੋਈ। ਫਿਰ ਉਸ ਅਡਾਨੀ ਨੂੰ ਸ਼ਾਇਦ ਇੱਕ ਮੁੱਦਾ ਦੇ ਦਿੱਤਾ ਵਿਰੋਧੀਆਂ ਨੇ। ਹਾਲਾਂਕਿ 2 ਦਿਨ ਲੋਕ ਸਭਾ ਦੀ ਸੈਸ਼ਨ ਨਹੀਂ ਚੱਲ ਪਾਇਆ, ਪਰ ਅੱਜ ਜਦੋਂ ਰਾਹੁਲ ਗਾਂਧੀ ਬੋਲੇ ਸਵਾਲ ਤਾਂ ਵਾਕਈ ਤਿੱਖੇ ਸੀ ਤੇ ਉਹਨਾਂ ਦੇ ਤੀਬਰ ਬਹੁਤ ਤਿੱਖੇ ਸੀਗੇ ਔਰ ਖਾਸ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ ਸ਼ਾਇਦ ਭਾਰਤ ਸਰਕਾਰ ਜਾਂ ਬੀਜੇਪੀ ਉਤਨੀ ਨਹੀਂ ਸੀ ਜਿੰਨੇ ਐਜ਼ ਏ ਪਰਸਨੈਲਿਟੀ ਪ੍ਰਧਾਨ ਮੰਤਰੀ ਖੁਦ ਨਰਿੰਦਰ ਮੋਦੀ ਜੀ ਸੀ। ਉਸ ਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਅਦਾਨੀ ਦੀ ਜਿਹੜੀ ਇਕਨੋਮਿਕ ਪ੍ਰਮੋਸ਼ਨ ਆ ਉਹਦੇ ਵਿੱਚ ਸਪੈਸੀਫਿਕਲੀ ਪ੍ਰਧਾਨ ਮੰਤਰੀ ਜੀ ਦਾ ਕੋਈ ਯੋਗਦਾਨ ਨਿੱਜੀ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਸ ਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਦਾਨੀ ਹੋਰ ਕੁਝ ਵੀ ਨਹੀਂ ਹੈ। ਜੋ ਕੁਝ ਵੀ ਉਹ ਮੌਜੂਦਾ ਸਥਿਤੀ ਦੇ ਵਿੱਚ ਆ ਡਿਊ ਟੂ ਦੀ ਜੈਨਰਸ ਐਂਡ ਕਹਿੰਦੇ ਕਨਾਈਵੈਂਸ ਆਫ ਦੀ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਕਾਰਨ ਹੀ ਹੋਇਆ ਹੈ। ਜਿਹੜਾ ਜੁਰਿਸਡਿਕਸ਼ਨਲ ਫੋਰਮ ਜਿਹੜੀ ਹੈਗੀ ਆ ਉਸ ਦੇ ਵਿੱਚ ਉਠਾਉਣ ਦੀ ਥਾਂ ਦੇ ਉੱਤੇ ਲੋਕਾਂ ਦੇ ਸਾਹਮਣੇ ਇਹ ਰੱਖਿਆ ਤਾਂ ਕਿ ਇਹ ਸਭ ਕੁਝ ਦੇ ਪਿੱਛੇ ਉਹਨਾਂ ਕੋਲੇ 2024 ਦੀਆਂ ਇਲੈਕਸ਼ਨਾਂ ਦਾ ਜਿਹੜਾ ਸਮਾਂ ਹੈ ਉਸ ਨੂੰ ਵੀ ਨਿਸ਼ਾਨੇ ਦੇ ਵਿੱਚ ਨਾਲ ਬਿੰਨਿਆ ਗਿਆ। ਇਹ ਅੱਗੇ ਕੀ ਰੁਖ ਅਪਣਾਉਂਦੇ ਆ ਜਾਂ ਕੇਵਲ ਲੋਕ ਸਭਾ ਤੱਕ ਲੋਕਾਂ ਨੂੰ ਅਵੇਅਰ ਕਰਨ ਲਈ ਜਾਂ ਲੋਕਾਂ ਨੂੰ ਕੋਈ ਇਨਫੋਰਮੇਸ਼ਨ ਦੇਣ ਦੇ ਲਈ ਜਾਂ ਹੋਰ ਕੋਈ ਇਸ ਤਰ੍ਹਾਂ ਦਾ ਜਿਹੜਾ ਮਾਈਲੇਜ ਹੈਗਾ ਉਸ ਨੂੰ ਲੈਣ ਵਾਸਤੇ ਹੀ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਇਨਕ੍ਰਿਮੀਨੇਟਿੰਗ ਜਿਹੜਾ ਹੈਗਾ ਬਿਆਨ ਉਹਨਾਂ ਨੇ ਪੇਸ਼ ਕੀਤਾ। ਇਹ ਆਉਣ ਵਾਲਾ ਸਮਾਂ ਦੱਸੇਗਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਜੀ ਹਾਂ, ਅੱਜ ਨਜ਼ਰ ਰਹੇਗੀ ਰਾਹੁਲ ਗਾਂਧੀ ਤੇ, ਕਿਉਂਕਿ ਸਾਰੇ ਦੇਸ਼ ਦੀ ਨਜ਼ਰ ਹੀ ਅੱਜ ਰਾਹੁਲ ਗਾਂਧੀ ਦੇ ਸਵਾਲਾਂ ਤੇ ਰਹੀ। ਕਿਸ ਤਰੀਕੇ ਨਾਲ ਉਹ ਲੋਕ ਸਭਾ 'ਚ ਬੋਲੇ ਕਿ ਕਿਵੇਂ ਅਡਾਨੀ ਨੂੰ ਤੇ ਮੋਦੀ ਸਰਕਾਰ ਨੂੰ ਉਹਨਾਂ ਨੇ ਘੇਰੇ 'ਚ ਲਿੱਤਾ, ਕਿਸ ਤਰੀਕੇ ਨਾਲ ਉਹਨਾਂ ਨੇ ਸਵਾਲ ਚੱਕਿਆ ਕਿ 2014 ਦੇ ਵਿੱਚ ਅਡਾਨੀ 609ਵੇਂ ਨੰਬਰ ਤੋਂ ਤੇ 2023 ਆਂਦੇ ਉਹ ਕਿਵੇਂ ਦੇਸ਼ ਦਾ ਮਾਫੀ ਚਾਹੁੰਦਾ ਕਿ ਕਿਵੇਂ ਦੁਨੀਆ ਦਾ ਸਭ ਤੋਂ ਤੀਜੇ ਨੰਬਰ ਤੇ ਆ ਜਾਂਦਾ। ਇਸ ਤੇ ਸਵਾਲ ਚੱਕੇ ਕਿ ਇਹੋ ਜੀ ਕਿਹੜੀ ਗੁਰਤੀ ਸੀਗੀ ਅਡਾਨੀ ਕੋਲ ਕਿ ਉਹਦਾ ਬਿਜ਼ਨਸ ਇੰਨਾ ਵੱਡਾ ਹੋ ਗਿਆ। ਤੇ ਇਸੇ ਤੇ ਅੱਜ ਚਰਚਾ ਕਰਾਂਗੇ। ਸਾਡੇ ਨਾਲ ਰਹਿਣਗੇ ਮੌਜੂਦ ਪ੍ਰੋਫੈਸਰ ਜਗਮੋਹਨ ਸਿੰਘ ਜੀ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਧੰਨਵਾਦ ਸਰ। ਪ੍ਰੋਫੈਸਰ ਸਾਹਿਬ, ਅਡਾਨੀ ਪਹਿਲਾਂ ਤਾਂ ਹਿੰਡਨਬਰਗ ਉਹਦੇ ਨਿਸ਼ਾਨੇ ਤੇ ਰਿਹਾ। ਅਡਾਨੀ ਨੂੰ ਮਾਰ ਵੀ ਬਹੁਤ ਝੇਲਣੀ ਪਈ ਤੇ ਉਸ ਤੋਂ ਬਾਅਦ ਅਡਾਨੀ ਹੋਈ। ਫਿਰ ਉਸ ਅਡਾਨੀ ਨੂੰ ਸ਼ਾਇਦ ਇੱਕ ਮੁੱਦਾ ਦੇ ਦਿੱਤਾ ਵਿਰੋਧੀਆਂ ਨੂੰ। ਹਾਲਾਂਕਿ 2 ਦਿਨ ਲੋਕ ਸਭਾ ਦੀ ਸੈਸ਼ਨ ਨਹੀਂ ਚੱਲ ਪਾਇਆ, ਪਰ ਅੱਜ ਜਦੋਂ ਰਾਹੁਲ ਗਾਂਧੀ ਬੋਲੇ ਸਵਾਲ ਤਾਂ ਵਾਕਈ ਤਿੱਖੇ ਸੀ। ਜੀ ਬਿਲਕੁਲ ਠੀਕ ਆ ਤੁਹਾਡੀ ਗੱਲ। ਮੈਂ ਉਹਨਾਂ ਦੀ ਸਪੀਚ ਜਿਹੜੀ ਲੋਕ ਸਭਾ ਦੇ ਵਿੱਚ ਸੀਗੀ ਉਸ ਨੂੰ ਸੁਣਿਆ ਤੇ ਉਹਨਾਂ ਦੇ ਤੀਬਰ ਬਹੁਤ ਤਿੱਖੇ ਸੀਗੇ ਔਰ ਖਾਸ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ ਸ਼ਾਇਦ ਭਾਰਤ ਸਰਕਾਰ ਜਾਂ ਬੀਜੇਪੀ ਉਤਨੀ ਨਹੀਂ ਸੀ ਜਿੰਨੇ ਐਜ਼ ਏ ਪਰਸਨੈਲਿਟੀ ਪ੍ਰਧਾਨ ਮੰਤਰੀ ਖੁਦ ਨਰਿੰਦਰ ਮੋਦੀ ਜੀ ਸੀ। ਤੋ ਇੱਕ ਤਰੀਕੇ ਨਾਲ ਉਹ ਇੱਕ ਨੈਕਸਸ ਜਿਹੜਾ ਹੈ ਉਸ ਨੂੰ ਐਪਰੀਹੈਂਸ਼ਨ ਉਹਨਾਂ ਦੀ ਲੱਗਦੀ ਸੀ ਕਿ ਮੋਦੀ ਤੇ ਅਦਾਨੀ ਦਾ ਇੱਕ ਨੈਕਸਸ ਹੈਗਾ ਜਿਹੜਾ ਇੱਕ ਤਰੀਕੇ ਨਾਲ ਇਨਕ੍ਰਿਮੀਨੇਟਿੰਗ ਹੈਗਾ ਜਾਂ ਉਹਦੇ ਵਿੱਚ ਕੋਈ ਕ੍ਰਿਮੀਨਲ ਚੀਜ਼ਾਂ ਇਨਵੋਲਵਡ ਨੇ ਜਾਂ ਜਿਸ ਤਰੀਕੇ ਨਾਲ ਜਿਹੜੀ ਗਰੋਥ ਹੋਈ ਆ ਇਕਨੋਮੀ ਦੀ ਅਦਾਨੀ ਦੀ ਅਨਪ੍ਰੈਸੀਡੈਂਟਡ ਗਰੋਥ ਜਿਹੜੀ ਆ 8-9 ਸਾਲਾਂ ਦੇ ਵਿੱਚ ਉਸ ਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਅਦਾਨੀ ਦੀ ਜਿਹੜੀ ਇਕਨੋਮਿਕ ਪ੍ਰਮੋਸ਼ਨ ਆ ਉਹਦੇ ਵਿੱਚ ਸਪੈਸੀਫਿਕਲੀ ਪ੍ਰਧਾਨ ਮੰਤਰੀ ਜੀ ਦਾ ਕੋਈ ਯੋਗਦਾਨ ਨਿੱਜੀ ਕੋਈ ਹਿੱਤ ਜਿਹੜਾ ਹੈ ਉਸ ਦੇ ਵਿੱਚ ਪਿਆ ਹੋਇਆ। ਉਹ ਇੱਕ ਤਰੀਕੇ ਦਾ ਨੈਕਸਸ ਜਿਹੜਾ ਸੀ ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਸ ਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਦਾਨੀ ਹੋਰ ਕੁਝ ਵੀ ਨਹੀਂ ਹੈ। ਜੋ ਕੁਝ ਵੀ ਉਹ ਮੌਜੂਦਾ ਸਥਿਤੀ ਦੇ ਵਿੱਚ ਆ ਡਿਊ ਟੂ ਦੀ ਜੈਨਰਸ ਐਂਡ ਕਹਿੰਦੇ ਕਨਾਈਵੈਂਸ ਆਫ ਦੀ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਕਾਰਨ ਹੀ ਹੋਇਆ ਹੈ। ਇਸ ਤਰ੍ਹਾਂ ਦਾ ਐਲੀਗੇਟਰੀ ਸਪੀਚ ਜਿਹੜਾ ਸੀ ਉਹਨਾਂ ਦਾ ਅੱਜ ਲੋਕ ਸਭਾ ਦੇ ਵਿੱਚ ਦੇਖਣ ਨੂੰ ਮਿਲਿਆ। ਹੁਣ ਉਸ ਦੇ ਵਿੱਚ ਕੀ ਉਹਨਾਂ ਦੇ ਕੋਲੇ ਐਵੀਡੈਂਸ ਹੈਗੇ ਆ, ਜਿਨ੍ਹਾਂ ਦੀ ਐਵੀਡੈਂਸ਼ਰੀ ਵੈਲਿਊ ਕੀ ਹੈਗੀ ਆ, ਜਾਂ ਇਹ ਮੀਅਰਲੀ ਪੋਲੀਟੀਕਲ ਐਲੀਗੇਸ਼ਨ ਨੇ
ਜਾਂ ਮੈਂ ਇਹ ਕਹਿਣਾ ਕਿ ਅਗਰ ਇਹ ਗੱਲ ਸੱਚ ਹੈਗੀ ਆ, ਉਹਨਾਂ ਦੇ ਕੋਲੇ ਕੋਈ ਡਾਕੂਮੈਂਟਰੀ ਐਵੀਡੈਂਸ ਹੈਗਾ ਜਿਹਦੀ ਕੋਈ ਕੋਰਟ ਦੇ ਵਿੱਚ ਐਵੀਡੈਂਸ਼ਲੀ ਵੈਲਿਊ ਲੱਗਦੀ ਹੈਗੀ ਆ, ਤਾਂ ਲੋਕ ਸਭਾ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਠਾਇਆ ਗਿਆ ਹੈ ਉਹ ਕਿਸੇ ਪੋਲੀਟੀਕਲ ਮਾਈਲੇਜ ਦੇ ਲਈ ਹੈਗਾ, ਜਾਂ ਕਿਉਂ ਨਹੀਂ ਉਹ ਉਹਨਾਂ ਨੇ ਸੁਪਰੀਮ ਕੋਰਟ ਦਾ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਜਾਂ ਹੋਰ ਜਿਹੜਾ ਟੈਕਸ ਇਵੇਜਨ ਅਗਰ ਇਸ ਵਿੱਚ ਇਨਵੋਲਵਡ ਆ ਜਾਂ ਹੋਰ ਕੋਈ ਕ੍ਰਿਮੀਨੈਲਿਟੀ ਇਨਵੋਲਵਡ ਆ, ਤਾਂ ਜਿਹੜਾ ਜੁਰਿਸਡਿਕਸ਼ਨਲ ਫੋਰਮ ਜਿਹੜੀ ਹੈਗੀ ਆ ਉਸ ਦੇ ਵਿੱਚ ਉਠਾਉਣ ਦੀ ਥਾਂ ਦੇ ਉੱਤੇ ਲੋਕਾਂ ਦੇ ਸਾਹਮਣੇ ਇਹ ਰੱਖਿਆ, ਤਾਂ ਕਿ ਇਹ ਸਭ ਕੁਝ ਦੇ ਪਿੱਛੇ ਉਹਨਾਂ ਕੋਲੇ 2024 ਦੀਆਂ ਇਲੈਕਸ਼ਨਾਂ ਦਾ ਜਿਹੜਾ ਸਮਾਂ ਹੈ ਉਸ ਨੂੰ ਵੀ ਨਿਸ਼ਾਨੇ ਦੇ ਵਿੱਚ ਨਾਲ ਬਿਨਿਆ ਗਿਆ, ਜਾਂ ਵਾਕਈ ਇਸ ਦੇ ਵਿੱਚ ਕੋਈ ਐਵੀਡੈਂਸ਼ਲੀ ਵੈਲਿਊ ਹੈਗੀ ਆ। ਉਹ ਆਉਣ ਵਾਲੇ ਸਮੇਂ 'ਚ ਹੋਏਗਾ ਕਿ ਕਾਂਗਰਸ ਦਾ ਜਿਹੜੇ ਇਹ ਜਰਨੈਲ ਨੇ ਇਹ ਅੱਗੇ ਕੀ ਰੁਖ ਅਪਣਾਉਂਦੇ ਆ, ਜਾਂ ਕੇਵਲ ਲੋਕ ਸਭਾ ਤੱਕ ਲੋਕਾਂ ਨੂੰ ਅਵੇਅਰ ਕਰਨ ਲਈ ਜਾਂ ਲੋਕਾਂ ਨੂੰ ਕੋਈ ਇਨਫੋਰਮੇਸ਼ਨ ਦੇਣ ਦੇ ਲਈ, ਜਾਂ ਹੋਰ ਕੋਈ ਇਸ ਤਰ੍ਹਾਂ ਦਾ ਜਿਹੜਾ ਮਾਈਲੇਜ ਹੈਗਾ ਉਸ ਨੂੰ ਲੈਣ ਵਾਸਤੇ ਹੀ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਇਨਕ੍ਰਿਮੀਨੇਟਿੰਗ ਜਿਹੜਾ ਹੈਗਾ ਬਿਆਨ ਉਹਨਾਂ ਨੇ ਪੇਸ਼ ਕੀਤਾ। ਇਹ ਆਉਣ ਵਾਲਾ ਸਮਾਂ ਦੱਸੇਗਾ। ਸੁਰਿੰਦਰ ਜੀ। ਸਰ ਸਾਹਿਬ, 8 ਮਿਲੀਅਨ ਤੋਂ ਸਿੱਧਾ 140 ਬਿਲੀਅਨ ਤੱਕ ਪਹੁੰਚ ਜਾਣਾ, ਇਹ ਕਿੱਥੋਂ ਤੱਕ? ਕਿਉਂਕਿ 2014 ਦੇ ਵਿੱਚ 8 ਬਿਲੀਅਨ ਦੀ ਜਾਇਦਾਦ ਸੀ ਤੇ 2022 ਤੱਕ ਉਹ 140 ਬਿਲੀਅਨ ਹੋ ਜਾਂਦੀ ਹੈ। ਉਹਨਾਂ ਨੇ ਤੱਥ ਅੱਗੇ ਪੇਸ਼ ਕੀਤੇ, ਉਹਨਾਂ ਨੇ ਤਸਵੀਰ ਵੀ ਪੇਸ਼ ਕਰ ਦਿੱਤੀ, ਤਸਵੀਰਾਂ ਵੀ ਲੈ ਕੇ ਆ ਗਏ ਜਿਹਦੇ 'ਚ ਅਡਾਨੀ ਤੇ ਮੋਦੀ ਜੀ ਨਾਲ ਖੜੇ ਸੀਗੇ, ਤਸਵੀਰਾਂ ਦੀ ਵੀ ਰਾਜਨੀਤੀ, ਉਹ ਸਾਰਾ ਕੁਝ ਕਿਤੇ ਨਾ ਕਿਤੇ ਸ਼ਾਇਦ ਆਮ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਇੱਕ ਪੂਰੀ ਭਰਸਕ ਕੋਸ਼ਿਸ਼ ਕਿ ਹਾਂ, ਅਗਰ ਅੱਜ ਅਡਾਨੀ ਕੋਲ ਜੋ ਵੀ ਹੈ ਉਹਦੇ ਪਿੱਛੇ ਕਿਤੇ ਨਾ ਕਿਤੇ ਭਾਜਪਾ ਦਾ ਉਸ ਤੇ ਹੱਥ ਹੈਗਾ। ਤੁਹਾਨੂੰ ਲੱਗਦਾ? ਡੈਫੀਨਿਟਲੀ ਉਹਨਾਂ ਦਾ ਜਿਹੜਾ ਆਰੋਪ ਸੀ, ਜੇ ਇਸ ਨੂੰ ਇਸ ਸਟੇਜ ਦੇ ਉੱਤੇ ਆਰੋਪ ਹੀ ਮੰਨ ਲਿਆ ਜਾਵੇ, ਜਿਹੜਾ ਇੱਕ ਤਰੀਕੇ ਨਾਲ ਸੰਸਦ ਦੇ ਰਾਹੀਂ ਜਾਂ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਆਪਣੇ ਰਾਹੁਲ ਗਾਂਧੀ ਜੀ ਦੁਆਰਾ, ਉਹ ਇਹੀ ਹੈਗਾ ਕਿ ਇੱਕ ਇਨਕ੍ਰਿਮੀਨੇਟਿੰਗ ਨੈਕਸਸ ਹੈਗਾ ਬਿਟਵੀਨ ਦੀ ਗਵਰਨਮੈਂਟ ਐਂਡ ਦੀ ਅਡਾਨੀ। ਲੇਕਿਨ ਮੈਂ ਇਹ ਗੱਲ ਕਹਿ ਰਿਹਾ, ਜੇ ਆਪਾਂ 1 ਮਿੰਟ ਲਈ ਕੁਝ ਸਮੇਂ ਦੇ ਲਈ ਮੰਨ ਵੀ ਲੈਂਦੇ ਹਾਂ ਕਿ ਇਹ ਨੈਕਸਸ ਹੈਗਾ, ਤਾਂ ਕਿ ਉਹਨਾਂ ਵੱਲੋਂ ਸੰਸਦ ਦਾ ਜਿਹੜਾ ਪਲੇਟਫਾਰਮ ਚੁਣਿਆ ਗਿਆ ਉਹ ਜ਼ਿਆਦਾ ਐਪਰੋਪ੍ਰੀਏਟ ਆ, ਜਾਂ ਕੋਈ ਜਿਹੜੀ ਹੈਗੀ ਆ ਜੁਡੀਸ਼ੀਅਲ ਜੁਰਿਸਡਿਕਸ਼ਨਲ ਜਿਹੜੀ ਫੋਰਮ ਆ, ਚਾਹੇ ਉਹ ਸੁਪਰੀਮ ਕੋਰਟ ਆ, ਚਾਹੇ ਉਹ ਜਿਹੜੀ ਹੈਗੀ ਆ ਮਨੀ ਲਾਂਡਰਿੰਗ ਦੇ ਲਈ ਉਹਨਾਂ ਨੇ ਜਿਹੜਾ ਹੈਗਾ ਈਡੀ ਹੈਗੀ ਆ, ਤਾਂ ਉਹਨਾਂ ਪਲੇਟਫਾਰਮਸ ਤੇ ਜਾਣ ਦੀ ਬਜਾਏ ਸੰਸਦ ਨੂੰ ਕਿਉਂ ਪ੍ਰੈਫਰ ਕੀਤਾ? ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ 24 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੋਈ ਮਾਈਲੇਜ ਲੈਣ ਦਾ ਇੰਟਰਸਟ ਆ। ਦੂਜੀ ਗੱਲ, ਅਜੇ ਆਪਾਂ ਆਰੋਪਾਂ ਦੀ ਝੜੀ ਦੇ ਥੱਲੇ ਆ ਮੋਦੀ ਸਾਹਿਬ, ਪਰ ਕੀ ਉਹਨਾਂ ਦੇ ਕੋਲੇ ਕੋਈ ਡਾਕੂਮੈਂਟਰੀ ਐਵੀਡੈਂਸ ਉਹ ਲੋਕ ਸਭਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੇਸ਼ ਕਰਨਗੇ, ਜਾਂ ਕੋਈ ਉਹ ਇਸ ਤਰ੍ਹਾਂ ਦਾ ਹੋਏਗਾ ਜਿਹਦੀ ਐਵੀਡੈਂਸ਼ਲੀ ਵੈਲਿਊ ਵਾਕਈ ਹੋਏਗੀ? ਇਹ ਤਾਂ ਆਉਣ ਵਾਲੇ ਸਮਾਂ ਦੇ ਵਿੱਚ ਜਿਹੜਾ ਲੋਕ ਸਭਾ ਦੇ ਵਿੱਚ ਜੇ ਇਸ ਨੂੰ ਸਪਲੀਮੈਂਟ ਕਰਨ ਦੇ ਲਈ ਉਹ ਕੋਈ ਡਾਕੂਮੈਂਟਸ ਲੈ ਕੇ ਆਉਂਦੇ ਆ, ਤਾਂ ਉਹ ਇਹ ਹੈਗੇ ਆ ਉਹਨਾਂ ਦਾ ਬਿਜ਼ਨਸ ਪਹਿਲਾਂ ਬੜਾ ਛੋਟਾ ਜਿਹਾ ਬਿਜ਼ਨਸ ਸੀ ਇੱਕ ਪਾਰਟਿਕੂਲਰ ਸੈਕਟਰ ਦੇ ਵਿੱਚ, ਹੁਣ ਇਹ ਬਹੁਤ ਵੱਡੇ 8-9 ਸੈਕਟਰਸ ਤੱਕ ਫੈਲ ਗਿਆ ਉਹਨਾਂ ਦਾ ਬਿਜ਼ਨਸ। ਉਹਨਾਂ ਦੇ ਬਿਜ਼ਨਸ ਪੈਨਸ਼ਨ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈਗੀ ਆ 2014 ਤੋਂ ਔਨਵਰਡਸ, ਇਹਨਾਂ ਦੀ ਕੋਈ ਭੂਮਿਕਾ ਹੈਗੀ ਆ, ਜਾਂ ਉਹਨਾਂ ਦਾ ਆਪਣਾ ਜਿਹੜਾ ਕਾਰਪੋਰੇਟ ਸਟਰਕਚਰ ਹੈ ਉਹਨਾਂ ਦੀ ਕੋਈ ਖਾਸ ਭੂਮਿਕਾ ਹੈਗੀ ਆ? ਦੇਖੋ, ਦੋ ਤਰ੍ਹਾਂ ਦੀਆਂ ਗੱਲਾਂ ਨੇ ਸੁਰਿੰਦਰ ਜੀ। ਜਿਵੇਂ ਆਪਾਂ ਹੁਣ ਇਹ ਦੋ ਤਰ੍ਹਾਂ ਦੇ ਐਗਜ਼ਾਮਪਲ ਮੈਂ ਦਿੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਮਹਾਰਾਸ਼ਟਰ ਦੇ ਵਿੱਚ ਗਏ ਆ ਕਿ ਪੰਜਾਬ ਦੀ ਜਿਹੜੀ ਇੰਡਸਟਰੀਅਲ ਗਰੋਥ ਆ ਉਹਦੇ ਵਾਸਤੇ ਇਨਵੈਸਟਮੈਂਟ ਲੈ ਕੇ ਆਈ ਤਾਂ ਜਦੋਂ ਚਾਹੁੰਦੇ ਆ, ਇਸ ਤਰ੍ਹਾਂ ਚੀਫ ਮਿਨਿਸਟਰ ਯੂਪੀ ਦੇ ਪੰਜਾਬ ਦੇ ਵਿੱਚ ਆਏ ਆ ਕਿ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਉਹ ਇਨਵੈਸਟਰਸ ਜਿਹੜੇ ਆ ਉਹ ਯੂਪੀ ਦੇ ਵਿੱਚ ਲੈ ਕੇ ਆਈਏ, ਪੰਜਾਬ ਦੀ ਇੰਡਸਟਰੀ ਕਰਵਾਈਏ। ਤਾਂ ਜਦੋਂ ਮੰਨ ਲਓ ਜੋਗੀ ਜੀ ਸਾਡੇ ਕੋਲੇ ਆਉਂਦੇ ਆ, ਉਹ ਕੁਝ ਕੰਸੈਸ਼ਨ ਦੇਣਗੇ, ਉਹ ਕਹਿਣਗੇ ਅਸੀਂ ਜ਼ਮੀਨ ਵੀ ਸਸਤੀ ਦਿੰਦੇ ਹਾਂ, ਅਸੀਂ ਇਲੈਕਟ੍ਰਿਸਿਟੀ ਵੀ ਸਸਤੀ ਦਿੰਦੇ ਹਾਂ, ਅਸੀਂ ਮੈਨ ਪਾਵਰ ਵੀ ਸਸਤੀ ਦਿੰਦੇ ਹਾਂ, ਅਸੀਂ ਮਾਰਕੀਟਿੰਗ ਦੇ ਵਿੱਚ ਵੀ ਮਦਦ ਕਰਾਂਗੇ ਤੁਹਾਡੀ। ਤੋਂ ਹਰ ਤਰ੍ਹਾਂ ਦੇ ਜਿਹੜੇ ਸੌਫਟ ਪ੍ਰੀਵੀਜ਼ ਨੇ ਉਹ ਸਾਰੀਆਂ ਇੰਡਸਟਰੀਜ਼ ਦੇ ਸੰਬੰਧ ਵਿੱਚ ਦੇਣਗੇ ਤਾਂ ਕਿ ਪੰਜਾਬ ਦੀ ਇੰਡਸਟਰੀ ਇਨਵੈਸਟ ਕਰੇ ਜਾ ਕੇ ਇੰਡਸਟਰੀਸਟ ਯੂਪੀ ਦੇ ਵਿੱਚ। ਸਿਮਿਲਰਲੀ ਮਹਾਰਾਸ਼ਟਰ 'ਚ ਜਾ ਕੇ ਸਾਡੇ ਮੁੱਖ ਮੰਤਰੀ ਜੀ ਨੇ ਜ਼ਰੂਰ ਕਿਹਾ ਹੋਏਗਾ ਕਿ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਓ ਤੇ ਅਸੀਂ ਤੁਹਾਨੂੰ ਆਹ ਸਹੂਲਤਾਂ ਜਿਹੜੀਆਂ ਉੱਥੇ ਪ੍ਰੋਵਾਈਡ ਕਰਾਂਗੇ, ਮੁਹੱਈਆ ਕਰਵਾਵਾਂਗੇ। ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਆ ਉਹ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾਂਦੇ ਆ ਕਿ ਔਰ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਉਹ ਚਾਹੁੰਦੇ ਆ ਕਿ ਵੱਧ ਤੋਂ ਵੱਧ ਇੰਡਸਟਰੀਅਲ ਗਰੋਥ ਜਿਹੜੀ ਹੈਗੀ ਆ ਉਹ ਕੀਤੀ ਜਾਵੇ। ਤਾਂ ਜਿਹੜਾ ਕਾਰਪੋਰੇਟ ਸੈਕਟਰ ਆ, ਖਾਸ ਤੌਰ ਤੇ ਮਲਟੀਨੈਸ਼ਨਲਜ਼ ਨੇ ਜਿਹੜੀਆਂ, ਉਹਨਾਂ ਵਿੱਚ ਜਿਹੜੇ ਸਾਡੇ ਆਪਣੇ ਇੰਡੀਜਨਸ ਇੰਡਸਟਰੀਲਿਸਟ ਨੇ ਜਾਂ ਜਿਹੜੇ ਬਾਹਰ ਦੇ ਇੰਡਸਟਰੀਲਿਸਟ ਨੇ, ਸਾਰਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਕਿ ਇਹਨਾਂ ਦੀ ਜਿਹੜੀ ਗਰੋਥ ਹੋਈ ਆ 2014 ਤੋਂ ਲੈ ਕੇ 2023 ਤੱਕ ਨੰਬਰ 2 ਆਏ ਆ ਦੁਨੀਆ ਦੇ ਵਿੱਚ, ਕਿ ਇਹ ਉਸ ਫ੍ਰੀਵੀਜ਼ ਜਾਂ ਉਸ
ਜਿਹੜੀਆਂ ਸਾਨੂੰ ਸਹੂਲਤਾਂ ਦਿੱਤੀਆਂ ਨੇ, ਸੁਵਿਧਾਵਾਂ ਦਿੱਤੀਆਂ ਨੇ, ਉਹਦੇ ਤਹਿਤ ਆ ਜਾਂ ਇਹ ਆਪਣੇ ਕੰਪੀਟੀਟਿਵ ਉਸ ਦੇ ਵਿੱਚੋਂ ਆਏ ਆ, ਇੰਨੀ ਗਰੋਥ ਵਧਾਈ ਆ। ਦੋ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਹੈਲਪ ਹੋ ਸਕਦੀ ਹੁੰਦੀ ਆ। ਇੱਕ ਤਾਂ ਹੈਲਪ ਇਹ ਹੋ ਸਕਦੀ ਆ ਕਿ ਕੈਪੀਟਲ ਲੋਨ ਜਿਹੜਾ ਦਿੱਤਾ ਜਾਂਦਾ ਉਸ ਦੇ ਵਿੱਚ ਕੋਈ ਪੋਲੀਟੀਕਲ ਜਿਹੜੀ ਹੈਗੀ ਆ ਉਹ ਮਦਦ ਹੋ ਸਕਦੀ ਹੈ। ਦੂਸਰਾ, ਜਿਹੜੇ ਕੰਟਰੈਕਟਸ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈਗੀ ਆ ਪ੍ਰੋਸੀਜਰਲ ਲੈਪਸਿਸ ਜਿਹੜੇ ਆ ਉਹ ਹੋ ਸਕਦੇ ਆ। ਸੋ ਇਸ ਤਰ੍ਹਾਂ ਦੋ ਤਿੰਨ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਸੀਜਰ ਨੂੰ ਓਵਰਲੁੱਕ ਕੀਤਾ ਜਾਵੇ ਜਾਂ ਲੋਨਸ ਜਿਹੜੇ ਨੇ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਮਦਦ ਕੀਤੀ ਜਾਵੇ। ਜੇ ਅਸੀਂ ਇਸ ਤਰੀਕੇ ਦੇ ਨਾਲ ਕਾਰਪੋਰੇਟ ਸੈਕਟਰ ਨੂੰ ਮਦਦ ਕਰਦੇ ਹਾਂ, ਦੇਖੋ 1990 ਦੇ ਵਿੱਚ ਅਸੀਂ ਗੋਡੇ ਤੇ ਹੈਗੇ ਆ ਪੂੰਜੀਵਾਦ ਦੇ ਅੱਗੇ, ਤੇ ਸੋਸ਼ਲਿਜ਼ਮ ਦਾ ਜਿਹੜਾ ਲਾਸਟ ਕਿਲਾ ਸੀਗਾ ਉਹ ਕਾਰਪੋਰੇਟ ਕੈਪੀਟਲਿਜ਼ਮ ਜਿਹੜਾ ਹੈ ਉਹ ਨਰਸਿਮਹਾ ਰਾਓ ਜੀ ਦੀ ਸਰਕਾਰ ਤੋਂ ਉਹਨੂੰ ਸ਼ੁਰੂ ਹੋ ਗਿਆ। ਕਾਰਪੋਰੇਟ ਨੂੰ ਲਿਆਉਣ ਵਾਲੇ ਮੋਦੀ ਨਹੀਂ ਹੈਗੇ, ਕਾਰਪੋਰੇਟ ਤਾਂ ਦੁਨੀਆ ਦੀ ਇੱਕ ਮਜਬੂਰੀ ਹੋ ਗਈ 1990 ਵਿੱਚ, ਭਾਰਤ ਦੇ ਵੀ ਹੋ ਗਈ, ਤੇ ਕਾਰਪੋਰੇਟ ਪੂੰਜੀਵਾਦ ਜਿਹੜਾ ਹੈਗਾ ਉਹ ਪਣਪ ਗਿਆ। ਜਦੋਂ 2014 ਤੱਕ ਇਹ ਆ ਗਿਆ ਤਾਂ ਕਾਰਪੋਰੇਟ ਕੈਪੀਟਲਿਜ਼ਮ ਸੰਸਾਰ ਦਾ ਇੱਕ ਤਰੀਕੇ ਨਾਲ ਅਜਿੱਤ ਕਿਸਮ ਦਾ ਇੱਕ ਜਿਹੜਾ ਹੈਗਾ ਕਿਲਾ ਹੈਗਾ। ਤੋ ਉਸ ਕਿਲੇ ਦੇ ਤਹਿਤ ਮੋਦੀ ਜੀ ਨੇ ਵੀ ਜਿਹੜੀ ਆਪਣੀ ਇਕਨੋਮੀ, ਇੰਡੀਅਨ ਇਕਨੋਮੀ ਬਿਲਡ ਕਰਨੀ ਹੈਗੀ ਆ, ਉਹ ਕਾਰਪੋਰੇਟ ਕੈਪੀਟਲਿਜ਼ਮ ਦੇ ਵਿੱਚ ਹੀ ਬਿਲਡ ਕਰਨੀ ਆ। ਐਗਰੀਕਲਚਰ ਨਹੀਂ ਪ੍ਰੋਫੈਸਰ ਸਾਹਿਬ, ਮੰਨਿਆ ਤੁਹਾਡੀ ਗੱਲ ਤੇ, ਪਰ ਜਿਹੜਾ ਹੁਣ ਕਾਰਪੋਰੇਟ ਹੈ ਉਹ ਕਾਰਪੋਰੇਟ ਕਿਤੇ ਨਾ ਕਿਤੇ ਐ ਨਹੀਂ ਲੱਗਣ ਲੱਗ ਜਾਂਦਾ ਕਈ ਵਾਰ ਕਿ ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਕਿ ਉਸ ਤੇ ਇੰਨਾ ਭਾਰੂ ਪੈ ਜਾਂਦਾ ਕਿ ਸਰਕਾਰ ਮਜਬੂਰ ਹੋ ਜਾਂਦੀ ਹੈ ਕਿ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਾਇਦਾ ਪਹੁੰਚਾਉਣ ਲਈ। ਕਿਉਂ ਆਪਾਂ ਇਹ ਕਹਿੰਦੇ, ਕਿਉਂਕਿ ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਇੱਕ ਚੀਜ਼ ਦੇਖੋ, ਇਹ ਕਿਵੇਂ ਹੋ ਸਕਦਾ ਹੈ ਕਿ ਸੂਬਾ ਸਰਕਾਰ ਕਵੇ ਕਿ ਖਜ਼ਾਨਾ ਖਾਲੀ ਹੈ, ਪਰ ਸੂਬਾ ਸਰਕਾਰ ਕਹਿੰਦੇ ਜਿਹੜੇ ਮੇਰੇ ਨੁਮਾਇੰਦੇ ਆ ਉਹਨਾਂ ਦਾ ਖਜ਼ਾਨਾ ਭਰੀ ਜਾਂਦਾ ਹੈ? ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ ਵੀ ਕੇਂਦਰ ਸਰਕਾਰ ਕਵੇ ਕਿ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਬੇਰੋਜ਼ਗਾਰੀ ਬਹੁਤ ਹੈ, ਸਾਰਾ ਕੁਝ ਹੈ। ਜਦੋਂ ਹਾਲੇ ਕੋਵਿਡ ਆਇਆ ਸੀ ਤਾਂ ਹੱਥ ਜੋੜ ਕੇ ਸਗੋਂ ਪੈਸੇ ਲੈ ਲਿੱਤੇ ਗਏ ਸੀਗੇ ਵੀ ਹਾਂ ਜਿਹੜੇ ਤੁਹਾਡੇ ਕੋਲ ਹੈਗੇ ਸੇਵਾ ਭਾਵ ਲੈ, ਉਹ ਪ੍ਰਧਾਨ ਮੰਤਰੀ ਫੰਡ ਆਪਾਂ ਸਭ ਦੇਖਦੇ ਰਹੇ ਹਾਂ, ਕਿ ਉੱਥੇ ਇੱਕਦਮ ਲੈਪਸ ਹੋ ਜਾਂਦਾ ਜਦੋਂ ਵਾਕਈ ਕੇਂਦਰ ਸਰਕਾਰ ਦੀ ਆਮ ਜਨਤਾ ਨੂੰ ਲੋੜ ਹੁੰਦੀ ਹੈ, ਉੱਥੇ ਲੈਪਸ ਹੋ ਜਾਂਦਾ ਹੈ। ਮਹਿੰਗਾਈ ਦੀ ਗੱਲ ਕਰਦੇ ਆ ਤਾਂ ਕੇਂਦਰ ਸਰਕਾਰ ਲੈਪਸ ਹੋ ਜਾਂਦਾ ਹੈ। ਅੱਜ ਇੱਕ ਆਮ ਬੰਦੇ ਤੇ ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਰਸੋਈ ਕੀ ਉਹਦੇ ਵਾਸਤੇ ਸੁਖਾਲੀ ਹੈ? ਅੱਜ 2 ਵਕਤ ਦੀ ਰੋਟੀ ਆਮ ਬੰਦੇ ਵਾਸਤੇ ਸੁਖਾਲੀ ਹੈ? 3 ਰੁਪਏ ਦੁੱਧ ਵੱਧ ਜਾਂਦਾ ਹੈ, 3 ਰੁਪਏ ਕਿਲੋ ਦੁੱਧ ਵੱਧ ਜਾਂਦਾ ਹੈ, ਕੋਈ ਰੋਲਾ ਨਹੀਂ, ਨਾ ਵਿਰੋਧੀ ਰੋਲਾ ਤੇ ਨਾ ਕੁਛ। ਪਰ ਆਮ ਬੰਦੇ ਨੂੰ ਪੁੱਛਿਆ ਕਿ ਉਹ ਪਹਿਲਾਂ ਕਿਸ ਤਰੀਕੇ ਨਾਲ ਇਹ ਚੀਜ਼ਾਂ ਸੰਭੂਗਾ? ਸਿਲੰਡਰ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਅੱਜ 1100 ਰੁਪਏ ਦੇ ਨੇੜੇ ਸਿਲੰਡਰ ਹੋਇਆ ਹੋਇਆ। ਆਮ ਬੰਦੇ ਨੂੰ ਪੁੱਛਿਆ ਤੁਸੀਂ? ਹਰ ਵਾਰ ਇਹੀ ਗੱਲ ਹੁੰਦੀ ਹੈ ਕਿ ਆਮ ਬੰਦਾ ਉਹਦੀ ਇੱਕ ਕਿਸ਼ਤ ਬਾਉਂਸ ਹੋ ਜੇ ਤਾਂ ਉਹਦੇ ਘਰ ਦੇ ਬਾਹਰ ਆ ਕੇ ਖੜੇ ਹੋ ਜਾਂਦੇ ਨੇ, ਪਰ ਪੂੰਜੀਪਤੀ ਵਾਸਤੇ ਤਾਂ ਸਿਰਫ ਇੱਕ ਲਾਈਨ ਦੀ ਲੋੜ ਹੈ ਕਿ ਮੈਂ ਦਿਵਾਲੀਆ ਕਰ ਦਿੱਤਾ। ਫਿਰ ਉਸ ਦੀ ਕੰਪਨੀ, ਉਹੀ ਕੰਪਨੀ, ਬਹੁਤ ਸਾਰੀਆਂ ਇਹੋ ਜਿਹੀ ਉਦਾਹਰਨਾਂ ਨੇ, ਉਹੀ ਕੰਪਨੀ ਦਿਵਾਲੀਆ ਘੋਸ਼ਿਤ ਕਰ ਦਿੱਤਾ, ਮਤਲਬ ਠੀਕ ਹੈ ਉਹਦਾ ਵੇਵ ਆਫ ਕਰ ਦਿੱਤਾ, ਤੇ ਬਾਅਦ ਦੇ ਵਿੱਚ ਹੋਰ ਕਿਸੇ ਬੰਦੇ ਨੂੰ ਉਹੀ ਕੰਪਨੀ ਟੇਕ ਓਵਰ ਕਰ ਲੈਂਦਾ। ਆਪਾਂ ਪਿੱਛੇ ਵੀ ਦੇਖਿਆ ਸੀ ਰੁਚੀ ਸੋਇਆ ਦੇ ਵਿੱਚ ਕੀ ਕੁਝ ਹੋਇਆ ਸੀ ਪਤੰਜਲੀ ਨਾਲ। ਤਾਂ ਉੱਥੇ ਕਿਤੇ ਨਾ ਕਿਤੇ ਤਾਂ ਇਹ ਲੱਗਦਾ ਨਾ ਕਿ ਸਰਕਾਰਾਂ ਸਿਰਫ ਪੂੰਜੀਪਤੀ ਵਾਸਤੇ ਬਣੀਆਂ ਨੇ। ਵੋਟ ਹੁੰਦੀ ਵੀ ਇੱਕ ਹੈ ਪਰ ਵੋਟਾਂ ਪਾਉਣ ਵਾਲੇ ਤਾਂ ਆਮ ਜਨਤਾ ਹੈ ਨਾ ਜੀ। ਸਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਕਾਰਪੋਰੇਟ ਸੈਕਟਰ ਜਿਹੜਾ ਹੈਗਾ ਉਸ ਨੇ ਇੱਕ ਤਰੀਕੇ ਨਾਲ ਨਿਗਲ ਲਿਆ ਹੈ ਸਾਡੀ ਪੋਲਿਟੀ ਨੂੰ। ਸਾਡੀਆਂ ਇਲੈਕਸ਼ਨ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿਸ ਤਰੀਕੇ ਦਾ ਲੁਕਵਾਂ ਰੋਲ ਕਾਰਪੋਰੇਟ ਸੈਕਟਰ ਦਾ ਹੈਗਾ, ਮੈਂ ਤਾਂ ਇਹ ਕਹੂੰਗਾ ਕਿ ਸਰਕਾਰਾਂ ਬਣਾਉਣ ਵਾਲੇ, ਸਰਕਾਰਾਂ ਵਿਗਾੜਨ ਵਾਲੇ ਹੀ ਅੱਜ ਕੱਲ੍ਹ ਕਾਰਪੋਰੇਟ ਕੈਪੀਟਲਿਸਟ ਨੇ। ਤੇ ਜਿਹੜੀਆਂ ਇਹ ਸਰਕਾਰਾਂ ਨੇ, ਇਹ ਹੁਣ ਇਹਨਾਂ ਦੀ ਹੋਂਦ ਜਿਹੜੀ ਹੈ, ਚਾਹੇ ਰਾਜਾਂ ਦੀਆਂ ਸਰਕਾਰਾਂ ਨੇ ਚਾਹੇ ਦੂਸਰੀਆਂ ਸਰਕਾਰਾਂ ਨੇ, ਬਾਈ ਐਂਡ ਲਾਰਜ ਇਹ ਇੱਕ ਤਰੀਕੇ ਦੀਆਂ ਕਠਪੁਤਲੀਆਂ ਜਿਹੀਆਂ ਬਣ ਗਈਆਂ ਕਾਰਪੋਰੇਟ ਕੈਪੀਟਲਿਜ਼ਮ ਦੇ ਅੱਗੇ। ਕਿਉਂਕਿ ਇਹਨਾਂ ਕਾਰਪੋਰੇਟ ਕੈਪੀਟਲਿਜ਼ਮ ਤੋਂ ਬਗੈਰ ਇਹਨਾਂ ਦਾ ਸਹਾਰਾ ਕੋਈ ਨਹੀਂ। ਕਿ ਜਿੰਨੀਆਂ ਨੀਤੀਆਂ ਬਣਦੀਆਂ ਨੇ ਉਹ ਨੀਤੀਆਂ ਜਿਹੜੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਬਣਦੀਆਂ ਨੇ। ਸਰਕਾਰਾਂ ਉਸ ਨੂੰ ਆਪਣੀਆਂ ਵਿਧਾਨ ਸਭਾਵਾਂ ਜਾਂ ਲੋਕ ਸਭਾਵਾਂ ਜਾਂ ਰਾਜ ਸਭਾ ਦੇ ਵਿੱਚ ਪਾਸ ਕਰਦੀਆਂ ਨੇ ਬਾਈ ਐਂਡ ਲਾਰਜ। ਤੇ ਬਹੁਤ ਹੀ ਮਾਰਜਨਲ ਕਿਸਮ ਦਾ ਜਿਹੜੀਆਂ ਹੈਗੀਆਂ ਨੀਤੀਆਂ ਐਸੀਆਂ ਨੇ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਆ ਐਸੇ ਨੇ ਜਿਹੜੇ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਡੀਪੈਂਡੈਂਟ ਨੇ, ਜਿਨ੍ਹਾਂ ਦੇ ਵਿੱਚ ਕਾਰਪੋਰੇਟ ਸੈਕਟਰ ਦਾ ਜਿਹੜਾ ਹੈਗਾ ਉਹ ਕੋਈ ਬਹੁਤ ਜ਼ਿਆਦਾ ਭੂਮਿਕਾ ਨਹੀਂ ਹੈਗੀ। ਤੋ ਇਸ ਤਰੀਕੇ ਦੇ ਨਾਲ ਕਾਰਪੋਰੇਟ ਹੀ ਡੈਮੋਕ੍ਰੇਸੀ ਦੇ ਉੱਤੇ ਛਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈ ਕਿ ਇਸ ਵਿਸ਼ੇਸ਼ ਸਰਕਲਸ ਦੇ ਵਿੱਚੋਂ ਕਮ ਸੇ ਕਮ ਭਾਰਤੀ ਡੈਮੋਕ੍ਰੇਸੀ ਜਿਹੜੀ ਆ ਉਹ ਨਿਕਲ ਪਾਏਗੀ। ਪਰ ਪ੍ਰੋਫੈਸਰ ਸਾਹਿਬ ਇਹ ਸਿਰਫ ਭਾਰਤ 'ਚ ਹੀ ਹੈ
ਕਿਉਂਕਿ ਯੂਐਸ ਕੈਨੇਡਾ ਦੇ ਵਾਲੇ ਪਾਸੇ ਗੱਲ ਕਰ ਲਈਏ ਤੇ ਉੱਥੇ ਤਾਂ ਕਾਰਪੋਰੇਟ ਘਰਾਣੇ ਐਵੇਂ ਸਰਕਾਰਾਂ ਦੇ ਉੱਤੇ ਭਾਰੀ ਤਾਂ ਹੈ ਨਹੀਂ, ਪਰ ਇੱਥੇ ਇਹ ਜ਼ਰੂਰ ਹੈ, ਜੀ ਇੱਥੇ ਇਸ ਕਾਰਨ ਆ ਕਿ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਤੇ ਜਿਹੜਾ ਕਾਰਪੋਰੇਟ ਕੈਪੀਟਲਿਸਟ ਨੇ, ਇਹਨਾਂ ਦੇ ਵਿੱਚ ਇੱਕ ਨੈਕਸਸ ਆ। ਉਸ ਨੈਕਸਸ ਦੇ ਵਿੱਚ ਇਹਨਾਂ ਨੂੰ ਪੂੰਜੀ ਚਾਹੀਦੀ ਹੁੰਦੀ ਹੈ ਇਲੈਕਸ਼ਨਸ ਦੇ ਦੌਰਾਨ, ਤੇ ਇਨਡਾਇਰੈਕਟਲੀ ਔਰ ਇੰਪਲੀਸਿਟਲੀ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਆ, ਤੇ ਇਲੈਕਸ਼ਨ ਜਿਹੜੀਆਂ ਨੇ ਉਹ ਲੜੀਆਂ ਨਹੀਂ ਜਾਂਦੀਆਂ, ਮੈਨੇਜ ਕੀਤੀਆਂ ਜਾਂਦੀਆਂ ਨੇ। ਉਸ ਮੈਨੇਜਮੈਂਟ ਦੇ ਵਿੱਚ ਜਿਹੜਾ ਫਿਰ ਇਹਦਾ ਮਤਲਬ ਇਹ ਕਹਿ ਦਈਏ ਕਿ ਅਕਸਰ ਇਹ ਜਿਵੇਂ ਕਿਹਾ ਜਾਂਦਾ ਹੈ, ਇਹੀ ਆਰੋਪ ਲਾਏ ਜਾਂਦੇ ਨੇ ਵੀ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਬਿਨਾਂ ਦੰਦਾਂ ਵਾਲਾ ਸ਼ੇਰ ਹੈ। ਬਿਲਕੁਲ, ਇਲੈਕਸ਼ਨ ਕਮਿਸ਼ਨ, ਇਲੈਕਸ਼ਨ ਲਾਜ਼, ਪੀਪਲਜ਼ ਰਿਪਰੈਜ਼ੈਂਟੇਸ਼ਨ ਐਕਟ ਔਰ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿੰਨੇ ਵੀ ਸਾਰੇ ਇਹ ਨੇ, ਇਹ ਤਾਂ ਇੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਨਾ ਜੀ ਇੱਕ ਫੁੱਲ ਫਲੈਜਡ ਸੈਕਟਰੀਏਟ ਬਣਾ ਕੇ, ਔਰ ਇਹਦੇ ਜਿਹੜੀਆਂ ਬਹੁਤ ਜ਼ਿਆਦਾ ਇਹਨੂੰ ਇਲੈਬੋਰੇਟ ਤੇ ਐਕਸਪੈਂਡ ਕਰਨ ਦੀ ਲੋੜ ਆ। ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੇ ਪ੍ਰੋਵੀਜ਼ਨਸ ਨੇ, ਕਨਸਟੀਟਿਊਸ਼ਨ ਪ੍ਰੋਵੀਜ਼ਨਸ ਨੇ, ਅਜੇ ਤਾਂ ਉਹਦੇ ਵਿੱਚ ਬਹੁਤ ਸਾਰੇ ਗੈਪਸ ਨੇ, ਬਹੁਤ ਸਾਰੇ ਹੋਲਸ ਨੇ, ਜਿਹਦਾ ਫਾਇਦਾ ਜਿਹੜਾ ਹੈਗਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਚੁੱਕਦੀਆਂ ਨੇ, ਤੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਬਿਨਾਂ ਕੋਈ ਦੇਖਿਆ ਜਿਹੜਾ ਹੈਗਾ ਉਸ ਨੂੰ ਸਾਰਾ ਕੁਝ ਦੇਖਣਾ ਪੈਂਦਾ ਜਾਂ ਬਰਦਾਸ਼ਤ ਕਰਨਾ ਪੈਂਦਾ, ਜਾਂ ਉਹ ਇਨਫੈਕਟਿਵ ਹੋਇਆ ਪਿਆ ਜਾਂ ਟੁੱਥਲੈਸ ਟਾਈਗਰ ਆ, ਇਸ ਤਰੀਕੇ ਦੇ ਨਾਲ ਤੁਸੀਂ ਦੱਸਿਆ। तो हिंदुस्तान ਦੀ ਇਲੈਕਸ਼ਨ ਰਿਫਾਰਮਸ ਜਿੰਨੀ ਦੇਰ ਤੱਕ ਨਹੀਂ ਹੁੰਦੇ ਤੇ ਇਲੈਕਸ਼ਨ ਕਮਿਸ਼ਨ ਜਿੰਨੀ ਦੇਰ ਤੱਕ ਸਾਡਾ ਸਟਰੋਂਗ ਬਾਡੀ ਬਣਦਾ ਨਹੀਂ ਹੈ ਤੇ ਜਦੋਂ ਤੱਕ ਅਸੀਂ ਫਾਈਨੈਂਸਿਸ ਜਿਹੜੇ ਨੇ ਉਹ ਪੋਲੀਟੀਕਲ ਪਾਰਟੀਆਂ ਦੇ ਤੇ ਜਿਹੜੇ ਖੜੇ ਹੋਣ ਵਾਲੇ ਉਮੀਦਵਾਰਾਂ ਦੇ ਨਹੀਂ ਅਸੀਂ ਉਸ ਨੂੰ ਚੈੱਕ ਬੈਲੈਂਸ ਦੇ ਵਿੱਚ ਰੱਖਦੇ, ਉਨੀ ਦੇਰ ਤੱਕ ਜਿਹੜਾ ਹੈਗਾ ਇਹ ਇੱਕ ਵਿਸ਼ੇ ਸਰਕਲ ਘੁੰਮੇਗਾ ਜਿਹਦੇ ਵਿੱਚ ਪੋਲੀਟੀਕਲ, ਕਾਰਪੋਰੇਟ, ਕ੍ਰਿਮੀਨਲਸ ਐਂਡ ਸੋ ਮੈਨੀ ਅਦਰ ਜਿਹੜੇ ਫੈਕਟਰਸ ਨੇ ਉਹਨਾਂ ਦਾ ਰੋਲ ਰਹੇਗਾ। ਤੇ ਜਨਤਾ ਜਿਹੜੀ ਹੈਗੀ ਆ ਉਹ ਸਰਕਾਰਾਂ ਇਲੈਕਟ ਜ਼ਰੂਰ ਕਰੇਗੀ, ਲੇਕਿਨ ਮੈਨੇਜ ਜਿਹੜੀਆਂ ਨੇ ਉਹ ਇਲੈਕਸ਼ਨਾਂ ਉਹ ਕਾਰਪੋਰੇਟ ਕੈਪੀਟਲਿਸਟ ਜਿਹੜਾ ਹੈ ਉਹ ਕਰਦਾ ਰਹੇਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਲਦੀ ਮੈਨੂੰ ਕੋਈ ਸੰਭਾਵਨਾ ਨਹੀਂ ਨਜ਼ਰ ਆਉਂਦੀ ਕਿ ਅਸੀਂ ਕਾਰਪੋਰੇਟ ਕੈਪੀਟਲਿਜ਼ਮ ਤੋਂ ਸਾਡਾ ਇਲੈਕਸ਼ਨ, ਸਾਡੀਆਂ ਗਵਰਨਮੈਂਟਸ ਬਿਲਕੁਲ ਜਿਹੜੀਆਂ ਮੁਕਤ ਤੇ ਇੰਡੀਪੈਂਡੈਂਟ ਹੋ ਜਾਣ। ਸੁਰਿੰਦਰ ਜਗਮੋਹਨ ਜੀ, ਇਹ ਕਿਵੇਂ ਦੇਖਦੇ ਹੋ ਵੀ ਸੈਬੀ ਇੰਨਾ ਕੁਝ ਵਾਸ਼ ਆਊਟ ਹੋ ਜਾਂਦਾ ਹੈ, ਲਗਭਗ 10 ਲੱਖ ਕਰੋੜ ਰੁਪਈਆ ਮਾਰਕੀਟ ਚੋਂ ਵਾਸ਼ ਆਊਟ ਹੋ ਜਾਂਦਾ ਹੈ ਇਸ ਦੌਰਾਨ। ਹਾਲਾਂਕਿ ਅੱਜ ਤਾਂ ਮੈਨੂੰ ਲੱਗਦਾ ਕਿ ਅਡਾਨੀ ਦਾ, ਇਸ ਤੇ ਵੀ ਮੈਂ ਤੁਹਾਡਾ ਜਵਾਬ ਜ਼ਰੂਰ ਲਾਂਗਾ, ਪਰ ਪਹਿਲਾਂ ਇਹ ਦੱਸੋ ਵੀ ਸੈਬੀ ਉੱਥੇ ਚੁੱਪੀ ਸਾਦੀ ਹੋਈ ਹੈ, ਬਿਆਨਬਾਜ਼ੀ ਕੋਈ ਨਹੀਂ, ਹਿੰਡਨਬਰਗ ਦੀ ਰਿਪੋਰਟ ਹੈ ਜੀ। ਜਦੋਂ ਸੈਬੀ ਹੋਂਦ ਵਿੱਚ ਆਇਆ ਸੀ ਉਦੋਂ ਹਰਸ਼ਦ ਮਹਿਤਾ ਨੇ ਜਿਹੜੀ ਸਾਡੀ ਸਟਾਕ ਮਾਰਕੀਟ ਸੀ ਉਸ ਨੂੰ ਇਸ ਤਰੀਕੇ ਨਾਲ ਆਊਟ ਮੈਨੂਵਰ ਕਰ ਦਿਆ ਸੀਗਾ ਕਿ ਸਾਰੀ ਜਿਹੜੀ ਮਾਰਕੀਟ ਸੀਗੀ ਉਹਦੇ ਵਿੱਚ ਸਾਰਾ ਕ੍ਰੈਸ਼ ਹੋ ਗਿਆ ਸੀ ਤੇ ਸਾਰਾ ਕੁਝ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਇੱਕ ਰੈਗੂਲੇਟਰੀ ਅਥਾਰਟੀ ਆਈ ਸੀ ਜਿਹਨੂੰ ਅਸੀਂ ਸੈਬੀ ਕਹਿੰਦੇ ਹਾਂ, ਲੇਕਿਨ ਰੈਗੂਲੇਟਰੀ ਅਥਾਰਟੀ ਦੇ ਆਉਣ ਦੇ ਬਾਵਜੂਦ ਵੀ ਇਸ ਦੇ ਵਿੱਚ ਇਸ ਤਰੀਕੇ ਦੀ ਫਾਲਸ ਕਿਸਮ ਦੀ ਜਿਹੜੀ ਹਾਈਪਰ ਰਿਐਲਿਟੀ ਆ ਜਾਂ ਇਨਫਲੇਟਡ ਜਿਹੜੀ ਪ੍ਰੋਜੈਕਟਡ ਕੈਪੀਟਲ ਗਰੋਥ ਆ ਅਦਾਨੀ ਦੀਆਂ ਕੰਪਨੀਆਂ ਦੀ, ਉਸ ਨੂੰ ਦਿਖਾਇਆ ਗਿਆ ਜਿਹਦਾ ਸ਼ਾਇਦ ਰੀਅਲ ਵਰਥ ਉਹਨਾਂ ਨਾ ਹੋਵੇ ਜਿੰਨਾ ਪ੍ਰੋਜੈਕਟਡ ਵਰਥ ਜਿਹੜਾ ਉਸ ਦਾ ਦਿਖਾਇਆ ਗਿਆ। ਇਹ ਸਾਰੀਆਂ ਕੁਝ ਚੀਜ਼ਾਂ ਆਊਟ ਮੈਨੂਵਰਡ ਨੇ, ਇਹਦੇ ਵਿੱਚ ਬਹੁਤ ਸਾਰੇ ਕੰਪੋਨੈਂਟਸ ਨੇ, ਬਹੁਤ ਪਹਿਲੂ ਆ ਉਸ ਦੇ ਵਿੱਚ। ਇਨਵੈਸਟਰਸ ਨੂੰ ਫਾਲਸਲੀ ਟਰੈਕ ਕਰਨ ਦੇ ਲਈ ਇਹ ਸਾਰਾ ਕੁਝ ਜਿਹੜਾ ਮੀਡੀਆ ਜਿਹੜਾ ਹੈਗਾ ਜਾਂ ਅਸੈਸਮੈਂਟ ਕੰਪਨੀਆਂ ਦੀ ਅਸੈਸਮੈਂਟ ਦੀਆਂ ਏਜੰਸੀਜ਼ ਨੇ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਇਨਵੈਸਟਰਸ ਦੇ, ਆਮ ਆਰਡੀਨਰੀ ਇਨਵੈਸਟਰਸ ਦੇ ਉੱਤੇ ਫਾਲਸਲੀ ਪ੍ਰੋਜੈਕਟ ਕਰਦੀਆਂ ਨੇ ਗਰੋਥ ਕਿ ਉਹ ਆਪਣੀ ਇਨਵੈਸਟਮੈਂਟ ਉਸ ਦੇ ਵਿੱਚ ਕਰ ਦਿੰਦਾ ਐਂਡ ਅਲਟੀਮੇਟਲੀ ਜਿਹੜਾ ਹੈਗਾ ਉਹ ਡਿਸੀਵ ਹੋ ਜਾਂਦਾ ਇਸ ਦੇ ਵਿੱਚ। ਤੋਂ ਡਿਸੈਪਸ਼ਨ ਦਾ ਇਹ ਜਿਹੜਾ ਯਾਤਰਾ ਹੈ ਇਹ ਹਰਸ਼ਦ ਮਹਿਤਾ ਤੋਂ ਸ਼ੁਰੂ ਹੋਈ ਹੈ ਤੇ ਹੁਣ ਜਿਹੜੇ ਕਰੰਟ ਕਾਰਪੋਰੇਟ ਸੈਕਟਰਸ ਦੇ ਵੱਡੇ ਜੈਂਟ ਸੀਗੇ ਜਿਹਦੇ ਵਿੱਚੋਂ ਬਹੁਤ ਸਾਰੇ ਤੁਸੀਂ ਜ਼ਿਕਰ ਕੀਤਾ ਬਾਹਰ ਵੀ ਦੌੜ ਗਏ, ਜਿਹਦੇ ਵਿੱਚ ਕਿੰਗ ਫਿਸ਼ਰ ਦਾ ਮਾਲਕ ਸੀ, ਜਿਹਦੇ ਵਿੱਚ ਨੀਰਵ ਮੋਦੀ ਸੀ ਐਂਡ ਜਿਹਦੇ ਵਿੱਚ ਹੋਰ ਬਹੁਤ ਸਾਰੇ ਹੈ ਲੋਨ ਡਿਫਾਲਟਰਸ, ਵੱਡੇ ਨੈਸ਼ਨਲਾਈਜ਼ਡ ਬੈਂਕਾਂ ਦੇ ਕਰੋੜਾਂ ਰੁਪਏ ਦੇ ਲੋਨ ਦੇ ਡਿਫਾਲਟਰਸ ਇਥੋਂ ਨਿਕਲ ਗਏ ਜਾਂ ਇਨਸੋਲਵੈਂਟ ਡਿਕਲੇਅਰ ਕਰ ਦਿਆ ਉਹਨਾਂ ਨੇ ਆਪਣੇ ਆਪ ਨੂੰ, ਜਾਂ ਉਹਨਾਂ ਦੀਆਂ ਕੰਪਨੀਆਂ ਨੂੰ ਦੂਸਰਿਆਂ ਨੇ ਖਰੀਦ ਲਿਆ ਤੇ ਇਨਵੈਸਟਰ ਜਿਹੜੇ ਸੀ ਉਸ ਦੇ ਵਿੱਚ ਸਾਰੇ ਡੁੱਬ ਗਏ। ਤੋਂ ਇਸ ਸਭ ਕੁਝ ਦੇ ਵਿੱਚ ਨਾ ਪੋਲੀਟੀਕਲ ਪਰਸਨੈਲਿਟੀ, ਨਾ ਕਾਰਪੋਰੇਟ ਸੈਕਟਰ, ਨਾ ਕੋਈ ਹੋਰ ਡਾਇਮੈਂਸ਼ਨ, ਨਾ ਈਵਨ ਜੁਡੀਸ਼ਰੀ। ਮੈਂ ਤਾਂ ਇਹ ਵੀ ਕਹੂੰਗਾ ਇਹ ਸਮਾਲ ਇਨਵੈਸਟਰ ਜਿਹੜਾ ਹੈ, ਆਰਡੀਨਰੀ ਇਨਵੈਸਟਰ ਜਿਹੜਾ ਹੈ, ਉਹਦੀ ਡੈਸਟਨੀ, ਉਹਦੇ ਪੈਸੇ ਔਰ ਉਹਦੀ ਜਿਹੜੀ ਇਨਵੈਸਟਮੈਂਟ ਕੀਤੀ ਗਈ ਆ ਉਹਦੀ ਪ੍ਰੋਟੈਕਸ਼ਨ ਵਾਸਤੇ ਅੱਜ ਹਿੰਦੁਸਤਾਨ ਦੇ ਵਿੱਚ ਕੋਈ ਵੀ ਏਜੰਸੀ ਐਸੀ ਨਹੀਂ ਹੈ ਜਿਹੜੀ ਉਹਦੇ ਸਾਈਡ ਦੇ ਉੱਤੇ ਖੜੀ ਹੋਈ ਹੋਵੇ ਜਾਂ ਜਿਸ ਦੇ ਉੱਤੇ ਜਿਹੜਾ ਹੈ ਆਰਡੀਨਰੀ ਇਨਵੈਸਟਰ ਨੂੰ ਕੋਈ ਵਿਸ਼ਵਾਸ ਹੋਵੇ ਕਿ ਮੇਰਾ ਪੈਸਾ ਜਿਹੜਾ ਹੈ ਉਹ ਫਲਾਣੀ ਏਜੰਸੀ ਜਿਹੜੀ ਉਹਨੂੰ ਹੀ ਡੁੱਬਣ ਦੇਗੀ। ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੁੰਦੀਆਂ ਨੇ, ਹੁਣ ਅੱਜ ਮੈਂ ਇਹ ਵੀ ਦੇਖਿਆ ਕਿ ਰਾਹੁਲ ਗਾਂਧੀ ਜੀ ਜ਼ਿਕਰ ਕਰ ਰਹੇ ਸੀ ਇਜ਼ਰਾਈਲ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਲੋਨ ਦਵਾਏ ਗਏ ਆ, ਜਾਂ ਹੈਲੀਕਾਪਟਰਸ ਦੇ ਵਿੱਚ ਜਿਹੜਾ ਕੰਟਰੈਕਟ ਹੋਇਆ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ। ਤੇ ਕੋਈ ਤਾਂ ਬੜੀ ਦੇਰ ਦਾ ਚੱਲ ਰਿਹਾ ਜੀ, ਬੋਫਰਸ ਜਿਹੜੀ ਸੀ ਉਹਦਾ ਚੱਲਿਆ, ਉਸ ਤੋਂ ਬਾਅਦ ਅਗਸਟਾ ਵੈਸਟਲੈਂਡ ਦਾ ਚੱਲਿਆ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹਥਿਆਰ ਸੀਗੇ ਸਾਡੀ ਸਿਕਿਉਰਿਟੀ ਫੌਜਾਂ ਦੇ
ਉਹਨਾਂ ਦੇ ਆਦਾਨ ਪ੍ਰਦਾਨ ਜਾਂ ਖਰੀਦੋ ਫਰੋਖਤ ਦੇ ਉੱਤੇ ਹਰ ਵਾਰੀ ਐਲੀਗੇਸ਼ਨ ਜਿਹੜੇ ਲੱਗਦੇ ਆ, ਔਰ ਉਹਦੇ ਵਿੱਚ ਜਿੰਨੇ ਬੰਦੇ ਇਨਵੋਲਡ ਹੁੰਦੇ ਆ ਉਸ ਕੰਟਰੈਕਟ ਦੇ ਵਿੱਚ, ਉਹ ਹੌਲੀ ਹੌਲੀ ਕਰਕੇ ਦੁਨੀਆ ਤੋਂ ਚਲੇ ਜਾਂਦੇ ਆ ਤੇ ਅਲਟੀਮੇਟਲੀ ਕੇਸ ਜਿਹੜੇ ਉਹ ਖਤਮ ਹੋ ਜਾਂਦੇ ਆ। ਪਹਿਲਾਂ ਕੋਟਰੁਚੀ ਦਾ ਹੋਇਆ, ਹੋਰ ਸਾਰੇ ਹੋਏ, ਇਹ ਆਪਣੀ ਨੈਚੁਰਲ ਡੈਥ ਜਿਹੜੇ ਆ ਹੋ ਜਾਂਦੇ ਆ, ਖਤਮ ਹੋ ਜਾਂਦੇ ਆ। ਸੋ ਇਸ ਤਰੀਕੇ ਦੇ ਨਾਲ ਮੈਂ ਇਹ ਦੇਖਿਆ ਕਿ ਇਹ ਸਾਰੀਆਂ ਜਿਹੜੀਆਂ ਵੱਡੇ ਵੱਡੇ ਸੌਦੇਬਾਜ਼ੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੇ ਨੈਕਸਸ ਜਿਹੜੇ ਆ ਉਹ ਚੱਲਦੇ ਆ। ਇਨਵੈਸਟੀਗੇਸ਼ਨ ਜੋ ਹੁੰਦੀਆਂ ਨੇ, ਮਤਲਬ ਅਨੇਕਾਂ ਸਾਲ ਜਿਹੜੇ ਉਸ ਇਨਵੈਸਟੀਗੇਸ਼ਨ 'ਚ ਚਲੇ ਜਾਂਦੇ ਆ, ਫਿਰ ਉਸ ਤੋਂ ਬਾਅਦ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਚਲੇ ਜਾਂਦੇ ਆ ਤੇ ਚੀਜ਼ਾਂ ਆਪਣੇ ਨੈਚੁਰਲ ਡੈਥ ਵੱਲ ਨੂੰ ਚਲੀਆਂ ਜਾਂਦੀਆਂ ਨੇ, ਨੈਚੁਰਲ ਐਂਡ ਵੱਲ ਨੂੰ ਚਲੀਆਂ ਜਾਂਦੀਆਂ ਨੇ। ਤੇ ਜਿਹੜਾ ਇਨਵੈਸਟਰਸ ਹੈਗਾ, ਇਹਨਾਂ ਕੰਪਨੀਆਂ ਦੇ ਵਿੱਚ ਲਗਾਉਣ ਵਾਲਾ ਆਪਣਾ ਪੈਸਾ ਉਹ ਲੁੱਟਿਆ ਜਾਂਦਾ, ਠੱਗਿਆ ਜਾਂਦਾ। ਆਪਣੀ ਜਿਹੜੀ ਉਹਨਾਂ ਦੀ ਆਖਰੀ ਉਮਰ ਹੈਗੀ ਆ, ਉਹਦੀ ਜਿਹੜੀ ਕੋਈ ਸੇਵਿੰਗ ਰੱਖੀ ਹੁੰਦੀ ਆ ਉਹ ਵੀ ਲੁੱਟ ਜਾਂਦੀ ਆ। ਬਹੁਤ ਸਾਰੀਆਂ ਰੀਅਲ estate ਕੰਪਨੀਆਂ ਲੁੱਟ ਕੇ ਲੈ ਜਾਂਦੀਆਂ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੰਪਨੀਆਂ ਲੁੱਟ ਕੇ ਲੈ ਜਾਂਦੀਆਂ। ਤੇ ਪੋਲੀਟੀਕਲ ਔਰ ਕਾਰਪੋਰੇਟ ਨੈਕਸਸ ਜਿਹੜਾ ਹੈਗਾ ਇਹ ਫਲੋਰਿਸ਼ ਕਰਦਾ ਹੈ। ਉਹ ਚਾਹੇ ਸਰਕਾਰ ਕੋਈ ਵੀ ਹੋਵੇ, ਹਰ ਸਰਕਾਰ ਦੇ ਵਿੱਚ ਉਸਨੇ ਫਲੋਰਿਸ਼ ਕੀਤਾ। ਉਹਦੀ ਜਿਹੜੀ ਸਪੀਡ ਆ ਜਾਂ ਉਹਦੀ ਜਿਹੜੀ ਗਰੋਥ ਦੀ ਰੇਸ਼ੋ ਹੈ, ਉਹਦੇ ਵਿੱਚ ਫਰਕ ਹੋ ਸਕਦਾ ਕਿ ਅਡਾਨੀ ਜੀ ਜਿਹੜੇ ਆ ਉਹ ਸੁਪਰਸੋਨਿਕ ਸਪੀਡ ਦੇ ਨਾਲ ਅਮੀਰ ਹੋ ਰਹੇ ਆ ਤੇ ਪਹਿਲਾਂ ਵਾਲੀਆਂ ਸਰਕਾਰਾਂ ਵਿੱਚ ਕੋਈ ਦੂਸਰੇ ਜਿਹੜੇ ਸੀ ਉਹ ਥੋੜੀ ਸਲੋ ਸਪੀਡ ਦੇ ਵਿੱਚ ਹੋ ਰਹੇ ਆ। ਕੁਐਸਚਨ ਜਿਹੜਾ ਹੈਗਾ ਆਪਾਂ ਇੰਡੀਵਿਜੂਅਲਸ ਦੀ ਥਾਂ ਦੇ ਉੱਤੇ ਕਾਰਪੋਰੇਟ ਕੈਪੀਟਲਿਸਟ ਐਂਡ ਇੰਡੀਅਨ ਡੈਮੋਕ੍ਰੇਸੀ ਦੇ ਜਿਹੜੇ ਏਜੰਟਸ ਨੇ ਜਾਂ ਪੋਲੀਟੀਕਲ ਨੈਕਸਸ ਆ, ਇਹ ਕਿਵੇਂ ਬ੍ਰੇਕਅਪ ਹੋਵੇ, ਉਸ ਦੇ ਨਾਲ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਠੀਕ ਦਿਸ਼ਾ ਵੱਲ ਨੂੰ ਤੁਰਨਗੀਆਂ। ਉਨੀ ਦੇਰ ਤੱਕ ਇਹ ਚੀਜ਼ਾਂ ਠੀਕ ਦਿਸ਼ਾ ਵੱਲ ਤੁਰ ਨਹੀਂ ਸਕਦੀਆਂ ਜਿੰਨੀ ਦੇਰ ਤੱਕ ਸਾਡਾ ਇਲੈਕਸ਼ਨ ਰਿਫਾਰਮਸ ਤੇ ਇਲੈਕਸ਼ਨ ਲਾਜ਼ ਨੇ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਆਲ ਪਰਫੈਕਟ ਨਹੀਂ ਹੁੰਦੇ ਤੇ ਇਹ ਨੈਕਸਸ ਬ੍ਰੇਕਅਪ ਨਹੀਂ ਹੁੰਦੇ। ਸੁਰਿੰਦਰ ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਆਓ ਤੁਹਾਨੂੰ ਸੁਣਾ ਵੀ ਦਿੰਦੇ ਆ ਕਿ ਰਾਹੁਲ ਗਾਂधी ਨੇ ਅੱਜ ਕਿਸ ਤਰੀਕੇ ਨਾਲ ਤਿੱਖੇ ਸਵਾਲ ਕੀਤੇ ਲੋਕ ਸਭਾ ਦੇ ਵਿੱਚ। ਆਓ ਸੁਣ ਲੈਂਦੇ ਹਾਂ। LIC का पैसा नरेंद्र मोदी जी अदानी जी को दिया जा रहा है। अगर कोई सामने खड़ा हो जाता है, जैसे जीवी के लोग खड़े हुए, ED CBI एजेंसीज आ जाती है, उनको परे कर देती हैं। तेलंगाना में भी एक पोर्ट का उदाहरण था, आंध्रा सॉरी। मगर मेन सवाल और सबसे इंटरेस्टिंग सवाल दूसरा है। कुछ दिन पहले ये हिंडनबर्ग रिपोर्ट आई, उसमें लिखा था कि अदानी जी की हिंदुस्तान के बाहर शेल कंपनीज हैं। ये जो शेल कंपनीज हैं, सबसे पहला सवाल है, ये हैं किसकी? ये किसकी हैं मॉरिशस में जो शेल कंपनीज हैं? और ये जो हजारों करोड़ रुपया ये शेल कंपनीज हिंदुस्तान में भेज रही हैं, ये किसका पैसा है? और क्या ये काम अदानी जी फ्री में कर रहे हैं? अब मैं ये सवाल क्यों पूछ रहा हूं? क्योंकि अदानी जी स्ट्रेटेजिक बिजनेसेस में काम करते हैं। अदानी जी हिंदुस्तान के पोर्ट्स को डोमिनेट करते हैं। अदानी जी हिंदुस्तान के एयरपोर्ट्स को डोमिनेट करते हैं। और जैसे मैंने कहा, अदानी जी हिंदुस्तान की डिफेंस इंडस्ट्री में बहुत जरूरी रोल प्ले करते हैं। तो मेरा पहला एक छोटा सा सवाल है कि जो शेल कंपनीज हैं, इनके बारे में हिंदुस्तान की सरकार ने कोई सवाल नहीं उठाए? ये कौन लोग हैं, ये किनकी कंपनीज हैं? ये स्ट्रेटेजिक मामला है, पोर्ट्स का मामला है, एयरपोर्ट्स का मामला है, डिफेंस का मामला है। और जो कंपनी इन स्ट्रेटेजिक एरियाज में काम कर रही है, उनके बारे में आपको मालूम ही नहीं। ये नेशनल सिक्योरिटी का मुद्दा है, आपको मालूम ही नहीं कि ये शेल कंपनीज किसकी हैं, कितना पैसा आ रहा है, किसका पैसा आ रहा है। तो एक बहुत बड़ा सवाल है, ये पैसा किसका है, ये शेल कंपनीज किसकी हैं, और ये हिंदुस्तान की सरकार की जिम्मेदारी है ये पता लगाना ये किसकी शेल कंपनीज हैं और ये किसका पैसा अंदर आ रहा है। JPC, we want JPC, we want JPC. अच्छा अब चलिए छोटा सा बजट के बारे में बता देता हूं।
2022 में अदानी जी अनाउंस करते हैं कि वो $50 बिलियन इन्वेस्ट करेंगे टू बिल्ड द वर्ल्ड्स लार्जेस्ट ग्रीन हाइड्रोजन इकोसिस्टम। और इस बजट में बीजेपी की सरकार निर्मला सीतारमण जी कहती हैं हम ग्रीन हाइड्रोजन के लिए बहुत ह्यूज इंसेंटिव्स देंगे। 19,700 करोड़ रुपए हम ग्रीन हाइड्रोजन के लिए देंगे, मतलब अदानी जी को देंगे। जुगलबंदी बजट में अदानी जी के लिए 50 नए एयरपोर्ट, कोस्टल शिपिंग, हॉर्टिकल्चर, ग्रेन स्टोरेज, ये सब काम आप कर रहे हैं। तो मेरे सिर्फ कल प्रधानमंत्री जी आज कल भाषण देंगे, मेरे उनसे 2-3 छोटे से सवाल हैं। मेरा प्रधानमंत्री जी से 2-3 सवाल हैं। पहले अदानी जी के हवाई जहाज में मोदी जी जाते थे, अब मोदी जी के हवाई जहाज में अदानी जी जाते हैं। पहले लोकल मामला था, फिर नेशनल मामला हो गया, उसके बाद इंटरनेशनल मामला हो गया। अदानी जी के लिए बोरिस जॉनसन का बेटा काम करता है। ਬਿਲਕੁਲ ਤੁਸੀਂ ਦੇਖੋ ਕਿਸ ਤਰੀਕੇ ਨਾਲ ਪ੍ਰੋਫੈਸਰ ਸਾਹਿਬ ਸਵਾਲ ਚੱਕਦੇ ਨੇ। ਕਹਿੰਦੇ ਪਹਿਲਾਂ ਮੋਦੀ ਜੀ ਅਦਾਨੀ ਜੀ ਦੇ ਜਹਾਜ਼ ਤੇ ਜਾਂਦੇ ਸੀ ਤੇ ਫਿਰ ਅਦਾਨੀ ਜੀ ਮੋਦੀ ਜੀ ਦੇ ਜਹਾਜ਼ ਤੇ ਜਾਂਦੇ ਨੇ। ਕਿਸ ਤਰੀਕੇ ਨਾਲ ਉਹਨਾਂ ਨੇ ਨਿਸ਼ਾਨੇ ਸਾਧੇ ਨੇ। ਖੈਰ ਕੱਲ ਜਵਾਬ ਦੇਣਗੇ ਪ੍ਰਧਾਨ ਮੰਤਰੀ, ਦੇਖਣਾ ਹੋਏਗਾ ਕਿਸ ਤਰੀਕੇ ਨਾਲ ਉਹ ਇਸ ਮੁੱਦੇ ਤੇ ਆਪਦੀ ਰਾਏ ਰੱਖਦੇ ਨੇ। ਪਰ ਸਵਾਲਾਂ ਦੇ ਘੇਰੇ ਤਾਂ ਜ਼ਰੂਰ ਹੈ ਭਾਜਪਾ। ਮੇਰੀ ਲਾਸਟ ਓਪੀਨੀਅਨ ਇਹ ਹੈਗੀ ਆ ਕਿ ਲੋਕਾਂ ਦੇ ਦ੍ਰਿਸ਼ਟੀਕੋਣ ਤੋਂ ਮੁੱਦਾ ਇਹ ਹੈਗਾ ਕਿ ਕੀ ਭਾਰਤ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਕਾਰਪੋਰੇਟ ਕੈਪੀਟਲਿਸਟ ਡਿਟਰਮਾਈਨ ਕਰੇਗਾ ਪਿੱਛੇ ਬੈਠ ਕੇ, ਜਾਂ ਜਿਹੜੀ ਵੈਲਫੇਅਰ ਸਟੇਟ ਹੈਗੀ ਆ ਉਹ ਲੋਕਾਂ ਨੂੰ ਕੇਂਦਰ ਦੇ ਵਿੱਚ ਰੱਖ ਕੇ ਨੀਤੀਆਂ ਬਣਾਉਣਗੀ। ਦਿਸ ਇਜ਼ ਦੀ ਇਸ਼ੂ। 24 ਦੀ ਇਲੈਕਸ਼ਨ ਵੀ ਇਸੇ ਇਸ਼ੂ ਦੇ ਉੱਤੇ ਹੋਣੀ ਚਾਹੀਦੀ ਆ ਲੋਕ ਸਭਾ ਦੀ, ਕਿ ਲੋਕ ਇਹਦੇ ਵਿੱਚ ਕਿੱਥੇ ਖੜੇ ਆ, ਆਮ ਲੋਕ ਇਸ ਦੇ ਵਿੱਚ ਕਿੱਥੇ ਖੜੇ ਆ। ਕਾਰਪੋਰੇਟ ਜਿਹੜਾ 5-4% ਹੈਗਾ ਸਾਡੀ ਪੋਪੂਲੇਸ਼ਨ ਦਾ, ਉਹ ਮੋਰ ਦੈਨ 60% ਕੈਪੀਟਲ ਜਿਹੜੀ ਹੈਗੀ ਆ ਹਿੰਦੁਸਤਾਨ ਦੀ ਵੈਲਥ ਦੀ ਆਪਣੇ ਕੋਲ ਰੱਖੀ ਬੈਠਾ, ਔਰ ਜਿਹੜਾ ਬਹੁਤ ਵੱਡਾ ਹਿੱਸਾ ਹੈਗਾ ਹਿੰਦੁਸਤਾਨ ਦਾ ਉਹ ਗੁਰਬਤ ਦੇ ਵਿੱਚ ਫਸਿਆ ਹੋਇਆ, ਤੇ ਗੈਪ ਜਿਹੜਾ ਹੈਗਾ ਰਿਚ ਤੇ ਪੂਅਰ ਦਾ ਇਹ ਅੱਗੇ ਨਾਲੋਂ ਵੱਧਦਾ ਜਾ ਰਿਹਾ। ਇਸ ਨੂੰ ਕਿਸ ਤਰੀਕੇ ਦੇ ਨਾਲ ਮਿਟਾਉਣਾ, ਭਾਰਤ ਦੀਆਂ ਨੀਤੀਆਂ ਵੈਲਫੇਅਰ ਸਟੇਟ ਵਾਲੀਆਂ ਕਿਸ ਤਰੀਕੇ ਦੇ ਨਾਲ ਬਣਨਗੀਆਂ, ਜਾਂ ਆਉਣ ਵਾਲਾ ਸਮਾਂ ਕਾਰਪੋਰੇਟ ਕੈਪੀਟਲਿਸਟ ਹੀ ਸਾਡੀਆਂ ਭਾਰਤ ਦੀਆਂ ਨੀਤੀਆਂ ਨੂੰ ਨਿਰਧਾਰਿਤ ਕਰਦਾ ਰਹੇਗਾ। ਇਹ ਇਸ਼ੂ ਨੇ, ਇਹ ਮੁੱਦੇ ਨੇ ਜਿਸ ਨੂੰ ਇੰਡੀਅਨ ਡੈਮੋਕ੍ਰੇਸੀ ਨੇ ਵੀ ਐਡਰੈਸ ਕਰਨਾ, ਲੋਕਾਂ ਨੇ ਵੀ ਇਸ ਨੂੰ ਦੇਖਣਾ, ਔਰ ਪੋਲੀਟੀਸ਼ੀਅਨ ਜਿਨ੍ਹਾਂ ਨੇ ਜਿਹੜਾ ਰਿਪਰੈਜ਼ੈਂਟ ਕਰਨਾ ਲੋਕਾਂ ਨੂੰ, ਉਹਨਾਂ ਨੂੰ ਵੀ ਇਸ ਦ੍ਰਿਸ਼ਟੀਕੋਣ ਤੋਂ ਦੇਖਣਾ ਪਏਗਾ ਕਿ ਆਉਣ ਵਾਲਾ ਸਮਾਂ ਅਸੀਂ ਕਿਸ ਤਰੀਕੇ ਦਾ ਨਿਰਧਾਰਿਤ ਕਰਨਾ। ਇਹ ਕੁਝ ਮੁੱਦੇ ਨੇ ਜਿਹੜੇ ਇੰਡੀਅਨ ਪੋਲਿਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਸਨਮੁਖ ਹੋਣਗੇ। ਸੁਰਿੰਦਰ ਜੀ। ਬਿਲਕੁਲ ਜਗਮੋਹਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਅੱਜ ਜੁੜੇ ਤੇ ਆਪਣੀ ਬੇਪਾਕ ਰਾਏ ਰੱਖੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਇਹ ਸੀ ਪ੍ਰੋਫੈਸਰ ਜਗਮੋਹਨ ਸਿੰਘ ਜੀ। ਤੇ ਬਿਲਕੁਲ ਹਾਲੇ ਇਹ ਦੇਖਣਾ ਹੋਏਗਾ, ਕਿਉਂਕਿ ਕਹਿੰਦੇ ਨੇ ਕਿ ਬੰਦ ਮੁੱਠੀ ਲੱਖ ਦੀ, ਖੁੱਲ ਜਾਏ ਤਾਂ ਕੱਖ ਦੀ। ਕਿ ਅੱਜ ਵਾਕਈ ਅਡਾਨੀ ਜਿਹਦੇ ਕਿ ਸ਼ੇਅਰ ਪਿਛਲੇ 1 ਹਫ਼ਤੇ ਤੋਂ ਲਗਾਤਾਰ ਥੱਲੇ ਆ ਰਹੇ ਸੀ, ਪਰ ਅੱਜ ਰਾਹਤ ਦੀ ਖਬਰ ਹੈ ਕਿ ਅਡਾਨੀ ਐਂਟਰਪ੍ਰਾਈਜ਼ਸ ਦਾ ਲਗਭਗ 14% ਉੱਪਰ ਅੱਜ ਸ਼ੇਅਰ ਬੰਦ ਹੋਇਆ ਹੈ। ਕਿ ਵਾਕਈ ਅਡਾਨੀ ਸਮੂਹ ਜਾਂ ਗੌਤਮ ਅਡਾਨੀ ਆਪਾਂ ਗੱਲ ਕਰ ਲਈਏ ਕਿ ਅਡਾਨੀ ਵਾਕਈ ਕਾਮਯਾਬ ਹੋ ਜਾਣਗੇ ਇਸ ਮੁੱਠੀ ਨੂੰ ਦੁਬਾਰਾ ਬੰਦ ਕਰਕੇ ਤੇ ਲੋਕਾਂ ਦੇ ਸਾਹਮਣੇ ਇਹ ਅਹਿਸਾਸ ਕਰਾਉਣ ਦੀ ਕਿ ਹਾਲੇ ਵੀ ਇਹ ਲੱਖ ਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਬਿਉਂਡ ਦਾ ਵਿੱਚ। ਤਦ ਤੱਕ ਤੋਂ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।